तो बिल्कुल जंतर मंतर पर आप देख सकते हैं तस्वीरों में कि कांग्रेस के एमपी भी लगातार सपोर्ट कर रहे हैं। राजस्थान से जो कैबिनेट मंत्री हैं वो यहाँ पहुँचे हैं, लगातार जो है सपोर्ट इनका दिया जा रहा है। हमारे साथ रवनीश सिंह बिट्टू साहब हैं। बिट्टू साहब, चिट्ठी निकाल दी गई है, लगता है कि अब कोई बातचीत बनेगी केंद्र सरकार द्वारा? ਗੱਲ ਸੁਣ ਲਓ, ਸਾਡੇ ਪੰਜਾਬ ਦੇ ਵਿੱਚ ਜੇ ਨਾਲ ਦੇ ਘਰ 'ਚ ਵਿਆਹ ਹੋਵੇ, ਜੇ ਕਾਰਡ ਨਾ ਆਵੇ ਤਾਂ ਵੀ ਨਹੀਂ ਜਾਂਦਾ ਕੋਈ। ਤੇ ਇਹ ਚਿੱਠੀ ਕਿਹਨੂੰ ਕੱਢੀ ਆ, ਕਿੱਦਣ ਕੱਢੀ ਆ, ਕੋਈ ਤਰੀਕ ਨਹੀਂ, ਕੋਈ ਪਤਾ ਨਹੀਂ, ਅਤਾ ਨਹੀਂ। ਤੇ ਫਿਰ ਇਹ ਚਿੱਠੀ ਨਾਲ ਕਿਹਨੇ ਆਉਣਾ? ਇਹ ਤਾਂ ਸਿਰਫ ਲੰਬਾ ਪਾਉਣ ਦਾ ਤਰੀਕਾ ਏ। ਲੰਬਾ ਪਾਉਣ ਦਾ ਹਰੇਕ ਐਜੀਟੇਸ਼ਨ ਨੂੰ ਤਰੀਕਾ ਹੁੰਦਾ ਵੀ ਲੰਬਾ ਪਾ ਕੇ ਕਿਵੇਂ ਫੇਲ ਕਰਨਾ। ਅੱਜ ਆਰਐਸਐਸ ਨੇ ਉਹ ਚਾਲ ਚੱਲੀ ਆ ਜਿਹਦੇ ਮਾਹਰ ਨੇ ਅੱਜ ਇੱਕ ਬੰਦਾ ਉੱਥੇ ਖੜਾ ਕਰਕੇ ਦੇਖੋ, ਸਾਡੇ ਗੁਰੂ ਮਹਾਰਾਜ ਦੇ ਲੰਗਰ ਲੱਗੇ ਆ, ਕਰੋੜਾਂ ਰੁਪਈਏ ਲੋਕਾਂ ਨੇ ਵਧੀਆ ਤੋਂ ਵਧੀਆ ਕੋਈ ਚੀਜ਼ ਨਹੀਂ ਛੱਡੀ ਲੰਗਰਾਂ ਲਈ। ਤੇ ਅੱਜ ਇੱਕ ਆਰਐਸਐਸ ਦਾ ਦਲਾਲ ਜਿਹੜਾ ਇਹ ਜਾਣਦੇ ਆ ਚੰਗੀ ਤਰ੍ਹਾਂ ਕਿਵੇਂ ਕਰਨਾ, ਉਹਦੀ ਫਿਰ ਵੀਡੀਓ ਲੋਡ ਕਰਕੇ ਵਾਇਰਲ ਕੀਤੀ ਆ। ਉਹ ਭੁੱਖੀ ਦਾ ਕਹਿ ਰਿਹਾ ਲੰਗਰ ਲੱਗਿਆ, ਆ ਜਾਓ ਭੁੱਖੀ ਦਾ ਲੰਗਰ ਲੱਗਿਆ, ਭੁੱਖੀ ਦਾ ਲੰਗਰ ਲੱਗਿਆ। ਇਸ ਕਰਕੇ ਉਹਨੂੰ ਤਾਂ ਫੜਾਂਗੇ, ਉਹ ਤਾਂ ਲੱਭ ਲੈਣਾ ਕਿਸਾਨਾਂ ਨੇ, ਲੀਡਰਾਂ ਨੇ। ਪਰ ਐਡੀ ਵੱਡੀ ਗੱਲ ਕਰਨ ਦੀ ਗੱਲ ਕਰਦੇ, ਉੱਤੋਂ ਇਹੋ ਜਿਹੀ ਗੱਲ ਕਰ ਰਹੇ ਆ। ਇਹ ਸ਼ਰਮ ਨਹੀਂ ਆਉਂਦੀ? ਇੱਥੇ ਤੁਸੀਂ ਇੱਕ ਗੱਲ ਸੁਣੋ, ਇਹ ਕਹਿੰਦੇ ਸੀ ਵੀ ਇਹ ਕਿਸਾਨਾਂ ਦਾ, ਪੰਜਾਬੀਆਂ ਦਾ, ਸਿੱਖਾਂ ਦਾ। ਆ ਇੱਕ ਗੱਡੀ 'ਚ ਆ ਦਿਖਾਇਓ ਜਰਾ, ਇੱਕ ਗੱਡੀ 'ਚ ਖਾਸ ਤੌਰ ਤੇ ਆ ਬਲਕਾਰ ਸਿੰਘ ਪੱਗ ਵਾਲਾ ਇੱਕ ਕਿਸਾਨ, ਤੇ ਬਾਕੀ ਕੋਈ ਕਿਸਾਨ ਨਹੀਂਗਾ। ਸਿਰਫ ਇਸ ਨੂੰ ਦਿਖਾਉਣ ਨੂੰ ਇਹ ਸਾਡੇ ਖਾਸ ਤੌਰ ਤੇ ਖਰਬੰਦਾ ਜੀ ਆ ਦਿਖਾਓ, ਉਹ ਗੁਲਫਾਨ ਅਲੀ ਸਾਹਿਬ ਜਿਹੜੇ ਇਹ ਬੈਠੇ ਆ, ਇੱਧਰ ਅਰੋੜਾ ਸਾਹਿਬ ਬੈਠੇ ਆ। ਖੇਤੀ ਨਾਲ ਕੋਈ ਰਿਲੇਸ਼ਨ ਨਹੀਂ ਸਾਡਾ। ਆ ਪੁੱਛ ਲਿਓ, ਖੇਤੀ ਨਾਲ ਕੋਈ, ਸਿਰਫ ਇਹ ਦਿਖਾਉਣ ਲਈ ਵੀ ਜਿਹੜਾ ਇੱਥੋਂ ਗੱਲਾਂ ਕੀਤੀਆਂ ਜਾ ਰਹੀਆਂ, ਇਹ ਤਿੰਨੋਂ ਭਾਈਚਾਰਾ ਇਕੱਠਾ ਹੋ ਕੇ ਖਾਸ ਤੌਰ ਤੇ ਪੰਜਾਬ ਤੋਂ, ਮੋਹਾਲੀ ਜ਼ਿਲ੍ਹੇ ਤੋਂ, ਖਰੜ ਤੋਂ, ਇਹ ਸਾਰੇ ਮੋਹਾਲੀ ਤੋਂ ਉਰੇ ਪਹੁੰਚੇ ਆ। ਤੇ ਅੱਜ ਸਾਰੇ 10 ਕਿਲੋਮੀਟਰ 'ਚ ਗੇੜਾ ਕੱਢਿਆ ਵੀ ਹਿੰਦੂ, ਸਿੱਖ, ਮੁਸਲਿਮ ਅਸੀਂ ਆ, ਸਾਰੇ ਆਏ ਹੋਏ ਆ। ਬਿਲਕੁਲ ਇਹ ਕੋਈ ਗਲਤ ਫਹਿਮੀ 'ਚ ਨਾ ਰਿਓ ਵੀ ਕਿਸੇ ਇੱਕ ਦਾ ਐਜੀਟੇਸ਼ਨ ਆ ਇਹ। ਇੱਥੇ ਹਰੀਸ਼ ਚੌਧਰੀ ਜੀ ਜਿਹੜੇ ਕੈਬਨਿਟ ਮੰਤਰੀ ਆ ਰਾਜਸਥਾਨ ਦੇ, ਉਹ ਬੈਠੇ ਆ। ਤੇ ਇਸ ਕਰਕੇ ਇਹ ਐਜੀਟੇਸ਼ਨ ਕਿਹੜੇ ਸੂਬੇ ਦਾ ਨਹੀਂ, ਕਿਹੜੇ ਖਿੱਤੇ ਦਾ नहीं, ये तो सारे जुड़े हुए हैं एक दूसरे नाल। तो अब क्या होगा कि लगातार जो है वो बातचीत तो करने के लिए तैयार है, लेकिन अब आखिर गल कहाँ बनेगी, बातचीत कहाँ बनेगी आखिर आके? नहीं गल देखो, ਇਹਦੇ ਹੱਦ ਹੀ ਹੋ ਗਈ ਜਦੋਂ ਤੁਸੀਂ ਮੰਨ ਲਿਆ ਵੀ ਸਾਤੋਂ ਸਾਰਾ ਕਾਨੂੰਨ ਗਲਤ ਬਣ ਗਿਆ। ਜਦੋਂ ਸਾਰਾ ਕਾਨੂੰਨ ਗਲਤ ਬਣ ਗਿਆ, ਫਿਰ ਕਹਿੰਦੇ ਹੋ ਅਸੀਂ ਸਾਰਾ ਕਾਨੂੰਨ ਬਦਲ ਦੇਣਾ, ਪਰ ਬਿੱਲ ਸ਼ਬਦ ਅਸੀਂ ਰੱਖਣਾ। ਕਿਉਂਕਿ ਹੰਕਾਰ ਕੱਲਾ ਉਹ ਚੀਜ਼ ਆ, ਬਾਕੀ ਸਾਰਾ ਕੁਛ ਹੀ ਕਹਿੰਦੇ ਜੀ ਡੱਬਾ ਹੁਣ ਤਾਂ ਖਾਲੀ ਰਹਿ ਗਿਆ। ਡੱਬੇ ਨੂੰ ਖਾਲੀ ਕੀ ਕਰਾਉਣਾ? ਜਦੋਂ ਕਿਸਾਨ ਮੁੜ ਗਏ ਡੱਬਾ ਫੇਰ ਭਰ ਲਓਗੇ। ਜਦੋਂ ਡੱਬਾ ਰਹਿ ਗਿਆ, ਡੱਬਾ ਤਾਂ ਖਾਲੀ ਕਰਕੇ ਦੇ ਦੋਗੇ ਕਿਸਾਨਾਂ ਨੂੰ। ਮੁੜ ਕੇ ਕਿਸਾਨ ਪੰਜਾਬ ਪਹੁੰਚਿਆ, ਹਰਿਆਣਾ ਪਹੁੰਚਿਆ, ਰਾਜਸਥਾਨ ਪਹੁੰਚਿਆ, ਤੁਸੀਂ ਯੂਪੀ ਪਹੁੰਚਿਆ, ਡੱਬਾ ਫੇਰ ਭਰ ਲਓਗੇ ਉਹੀ। ਫਿਰ ਕਿਹੜੇ ਮਾਂ ਨੂੰ ਮਾਸੀ ਕਹਾਂਗੇ ਅਸੀਂ? ਇਸ ਕਰਕੇ ਇਹ ਡੱਬਾ ਤਾਂ ਤੁਹਾਨੂੰ, ਜਿਵੇਂ ਉਹ ਕਿਹੜਾ ਸਭ ਤੋਂ ਬੜਾ ਅੱਤਵਾਦੀ ਸੀ ਜਿਹੜਾ ਪਾਕਿਸਤਾਨ ਚੋਂ ਫੜਿਆ ਸੀ, ਉਹਦੀ ਲਾਸ਼ ਜਿਹੜੀ ਆ ਨਾ, ਅਮਰੀਕਾ ਵਾਲੇ ਸਮੁੰਦਰ 'ਚ ਸਿੱਟ ਕੇ ਗਏ ਸੀ, ਮਾਰਨ ਤੋਂ ਬਾਅਦ ਵੀ ਸਮੁੰਦਰ 'ਚ ਸਿੱਟ ਕੇ ਗਏ ਸੀ ਲਦੇਨ ਨੂੰ। ਇਸ ਕਰਕੇ ਇਹ ਜਿੰਨਾ ਚਿਰ ਇਹ ਜਿਹੜੀ ਲਾਸ਼ ਆ ਬੁਲਬੁਲ ਦੀ, ਚਾਹੇ ਇਹ ਮਰੀ ਹੋਈ ਆ, ਪਰ ਜਿੰਨਾ ਚਿਰ ਇਹਨੂੰ ਸਮੁੰਦਰ 'ਚ ਨਹੀਂ ਸਿੱਟਦੇ, ਉਨਾ ਚਿਰ ਇਹ ਬਿਲਕੁਲ ਕਿਸੇ ਨੇ ਮੰਨਣਾ ਨਹੀਂ। ਸਾਡੇ ਲਈ ਇਹ ਸ਼ਹਾਦਤਾਂ ਦਾ ਮਹੀਨਾ ਚੱਲ ਰਿਹਾ। ਗੁਰੂ ਮਹਾਰਾਜ, ਸਾਡੇ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੇ ਚਾਰੋਂ ਸਾਹਿਬਜ਼ਾਦੇ ਸਾਡੇ ਮਾਤਾ ਜੀ, 2 ਸਾਹਿਬਜ਼ਾਦੇ ਜਦੋਂ ਸਾਰੇ ਸਿਰਸਾ ਦਰਿਆ ਤੋਂ, ਦਰਿਆ ਤੋਂ ਵਿਛੜੇ, 2 ਸਾਹਿਬਜ਼ਾਦੇ ਉੱਥੇ ਕੁਰਬਾਨ ਹੋ ਗਏ। ਤੇ ਗੁਰੂ ਮਹਾਰਾਜ ਦਾ ਨੀਲਾ ਘੋੜਾ ਜਦੋਂ ਜਾ ਰਿਹਾ ਸੀ ਤੇ ਘੋੜਾ ਰੁਕ ਗਿਆ, ਉਹਦੇ ਖੁਰ ਰੁਕ ਗਏ, ਕਿਉਂਕਿ ਉਹਨੇ ਦੇਖਿਆ ਵੀ ਥੱਲੇ ਸਾਹਿਬਜ਼ਾਦਾ ਜੀ ਸ਼ਹੀਦ ਹੋਏ ਪਏ। ਪਰ ਗੁਰੂ ਮਹਾਰਾਜ ਜੀ ਉਹ ਕਹਿੰਦੇ ਬਿਲਕੁਲ ਨਹੀਂ, ਮੇਰੇ ਲਈ ਸਾਰੇ ਹੀ ਸਿੰਘ ਮੇਰੇ ਬੱਚੇ ਆ, ਮੇਰੇ ਸਾਹਿਬਜ਼ਾਦੇ ਆ। ਉਦੋਂ ਅੱਗੇ 2 ਸਾਹਿਬਜ਼ਾਦੇ ਜਿਹੜੇ 7 ਤੇ 9 ਸਾਲ ਦੇ, ਉਹਨਾਂ ਨੂੰ ਇਹ ਮੁਗਲ ਆਪ ਇਹ ਘੋੜੇ ਤੇ ਮਾਤਾ ਜੀ ਤੇ ਦੋਨੋਂ ਸਾਹਿਬਜ਼ਾਦੇ ਆ ਦਿਨਾਂ 'ਚ, ਧੁੰਦ 'ਚ, ਮੀਂਹ 'ਚ, ਠੰਡ 'ਚ, ਜੰਗਲ 'ਚ ਨੰਗੇ ਪੈਰ ਉਹ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਤੇ ਰਾਟਾਂ ਕਟਾਈਆਂ। ਤੇ ਸਾਡੇ ਇਹ ਜਿਹੜੇ ਉਹਨਾਂ ਦੇ
ਪਰਿਵਾਰ ਬੈਠੇ ਆ। ਜਿੰਨੀਆਂ ਸ਼ਹਾਦਤਾਂ ਦੇਣੀਆਂ ਦੇ ਦੇਣਗੇ, ਜਿੰਨਾ ਖੂਨ ਚਾਹੀਦਾ ਲੈ ਲਓ, ਪਰ ਕਿਸੇ ਨੇ ਮੁੜਨਾ ਨਹੀਂਗਾ, ਕਿਸੇ ਨੇ ਮੁੜਨਾ ਨਹੀਂਗਾ। ਹਜੇ ਤਾਂ ਸਾਰਿਆਂ ਦੀ ਗੁਰੂ ਨਾਨਕ ਦੇਵ ਜੀ ਦੀ ਸੋਚ ਤੇ ਖੜੇ ਆ ਵੀ ਸਾਰੇ ਵੰਡ ਛਕੋ, ਵੰਡ ਕੇ ਛਕੋ, ਸਭ ਨਾਲ ਵੰਡ। ਉੱਥੇ ਲੰਗਰ ਚੱਲ ਰਹੇ ਆ, ਪਰ ਉਦੋਂ ਬਾਅਦ 10ਵੇਂ ਗੁਰੂ ਤੇ ਵੀ ਗੱਲ ਆ ਜਾਂਦੀ ਆ। 10ਵੇਂ ਗੁਰੂ ਫਿਰ ਖੰਡਾ ਵੀ ਖੜਕਾਉਂਦੇ ਆ, ਤਲਵਾਰ ਵੀ ਚੱਕਦੇ ਆ। ਤੇ ਇਸ ਕਰਕੇ ਉਹ ਦਿਨ ਤੋਂ ਪਹਿਲਾਂ ਸ਼ਾਂਤਮਈ ਨਵੇਂ ਸਾਲ ਤੋਂ ਪਹਿਲਾਂ ਮੈਂ ਤਾਂ ਤਲਵਾਰ ਦੀ ਗੱਲ ਕੀਤੀ ਆ ਵੀ ਬਾਰਡਰ ਤੇ ਸਾਡੇ ਹੀ ਪੁੱਤ ਨੇ, ਸਾਡੇ ਹੀ ਸਿਪਾਹੀ ਨੇ ਜਿਹੜੇ CRP BSF ਫੌਜ 'ਚ, ਉਹ ਪੰਜਾਬ, ਹਰਿਆਣਾ, ਰਾਜਸਥਾਨ, UP ਦੀ ਬੈਲਟ ਇੱਥੇ ਵਾਲੀ, ਇਹੀ ਸਾਰੇ ਨੇ। ਰੋਜ਼ ਦੇਖ ਰਹੇ ਆ ਤੁਹਾਡੇ ਟੀਵੀਆਂ ਰਾਹੀਂ ਵੀ ਸਾਡੇ 90 ਸਾਲ ਦੀਆਂ ਮਾਤਾਵਾਂ, ਬਜ਼ੁਰਗ ਕਿਵੇਂ ਠੰਡ 'ਚ ਕੋਈ ਠੰਡੇ ਪਾਣੀ ਦੇ ਨਲਕੇ ਨਾਲ ਨਹਾ ਰਿਹਾ, ਕੋਈ ਕਿਸੇ ਤਰੀਕੇ ਨਾਲ ਬਾਹਰ ਵਿਚਾਰਾ ਬੈਠਾ ਹੈ ਜਿਹੜਾ ਅੰਨਦਾਤਾ ਹੈ। ਤੇ ਇਸ ਕਰਕੇ ਇਹ ਨਾ ਹੋਏ ਬਹੁਤ ਵੱਡਾ ਵਿਦਰੋਹ ਆ ਜਿਹੜਾ, ਇਹ ਤਾਨਾਸ਼ਾਹ ਸਰਕਾਰ ਦੇ ਉਲਟ ਹੋ ਜੇ। ਹਜੇ ਵੀ ਮੰਨ ਜੋ ਆ ਪੰਜਾਬ ਭਵਨ ਨਾਲ ਇੱਥੇ ਲੁਕੇ ਬੈਠੇ ਆ ਜਿਹੜੇ ਲੀਡਰ ਆ, BJP ਦੇ ਪੰਜਾਬ ਦੇ ਲੀਡਰ ਆ, ਪੰਜਾਬ 'ਚ ਨਹੀਂ। ਕੱਲ ਅੱਜ ਸਿਰਸੇ ਦੀ MP ਜਿਹੜੀ BJP ਦੀ ਆ, ਹੱਥ ਜੋੜ ਕੇ ਸਿਰਸੇ ਦੀ BJP ਆ ਜਿਹੜੀ ਉਹ ਬਚੀ ਆ। ਕੱਲ ਇੱਕ ਦਿਨ ਪਹਿਲਾਂ 6.5 ਲੱਖ ਵੋਟਾਂ ਨਾਲ ਜਿੱਤਿਆ ਕਰਨਾਲ ਤੋਂ MP ਇਹਨਾਂ ਦਾ, ਉਹਦਾ ਹਾਲ ਦੇਖੋ ਕੀ ਹੋਇਆ। ਉਹਦਾ ਬੇਟਾ ਜਿਹੜਾ ਇਹ ਮੰਨ ਕੇ ਵੀ ਗਲਤੀ ਆ, ਅਗਲਾ ਕਹਿੰਦਾ ਜੀ ਤੁਸੀਂ ਪੁੱਤ ਤੁਹਾਡੇ ਐਸ਼ ਕਰਨ ਤੇ ਸਾਡੇ ਪੁੱਤ ਟਰਾਲੀਆਂ ਤੋਂ ਰੋਜ਼ ਗਿਰ ਮਰਨ, ਉਹਦੇ ਥੱਲੇ ਆ ਮਰਨ। ਇਸ ਕਰਕੇ ਬਰਦਾਸ਼ਤ ਨਹੀਂ। ਹੁਣ ਆਰ ਪਾਰ ਦੀ ਲੜਾਈ ਆ। ਕਿਸਾਨ ਜਥੇਬੰਦੀਆਂ ਨੂੰ ਬਿਲਕੁਲ ਪਹਿਲਾਂ ਪੀਯੂਸ਼ ਗੋਇਲ ਉਹਨੂੰ ਪਹਿਲਾਂ ਇੱਕਦਮ ਗੱਲਬਾत ਉਹਦੇ ਨਾਲ ਤੱਕ ਕਰਨ ਦਾ मतलब ही नहीं है। अच्छा बिट्टू साहब, मेरा आखिरी सवाल ये है कि जिस तरीके से किसान जो है वो धरने दे रहे हैं दिल्ली के बॉर्डर पर, वहीं पंजाब के अंदर जो आड़ती हैं उनके यहाँ पर छापे मारे जा रहे हैं, कैसे देखते हो टाइमिंग को आप? नहीं, एक थोड़ी हो रहा है ये। ਜਿਹੜਾ ਕੋਈ ਲੰਗਰ ਭੇਜ ਰਿਹਾ ਉੱਥੋਂ, ਉਹਦੇ ਜਿਹੜਾ ਕੋਈ NRI ਪੈਸੇ ਭੇਜ ਰਿਹਾ ਏ, ਕਿਸਾਨ ਜਥੇਬੰਦੀਆਂ ਦੇ ਜਿਹੜੇ ਖਾਤੇ ਨੇ, ਉਹਨਾਂ ਨੇ ਜਦੋਂ ਕਿਹਾ ਵੀ ਅਸੀਂ ਸਾਰੇ ਸ਼ਹੀਦ ਪਰਿਵਾਰਾਂ ਨੂੰ ਇਹ ਪੈਸਾ ਦੇਣਾ, ਉਹ ਸਾਰੇ ਦੇ ਸਾਰੇ ਖਾਤੇ ਆ ਉਹਨਾਂ ਦੇ ਜਿਹੜੇ ਸੀਜ਼ ਕਰਤੇ। ਇਹ ਇੱਕ ਕੰਮ ਕਰ ਰਹੇ ਆ। ਆੜਤੀ ਜਿਹੜਾ ਸਾਡਾ ਪੰਜਾਬ ਦਾ ਪ੍ਰਧਾਨ ਜਿਹੜਾ ਵਿਜੇ ਕਾਲਰਾ, ਉਹਦੇ ਰਾਤੋਂ ਰਾਤ ਉੱਥੇ ਫੋਲ ਮਾਰਿਆ, ਸਾਰਾ ਕੁਝ ਪਟਿਆਲੇ ਕਰ ਰਹੇ ਆ। ਇਸ ਕਰਕੇ ਇਹ ਤਾਂ ਹਰ ਹੱਥਕੰਡਾ। ਤਾਂ ਹੀ ਤਾਂ ਮੈਂ ਕਹਿ ਰਿਹਾ ਵੀ ਗੱਲਬਾਤ ਕਰਨ ਕਿੱਥੋਂ ਚਾਹਣਗੇ ਇਹ, ਗੱਲਬਾਤ ਦੀ ਗੱਲ ਕਿੱਥੋਂ ਆ ਗਈ, ਪਿੱਛੋਂ ਤਾਂ ਕਰ ਰਹੇ ਆ, ਫਿਰ ਇਹਦਾ ਮਤਲਬ ਕੀ ਹੋਇਆ? ਤੁਸੀਂ ਮੇਰੀ ਗੱਲ ਨੂੰ ਥੋੜਾ ਜਿਹਾ ਗੰਭੀਰਤਾ ਨਾਲ ਸਮਝੋ ਵੀ ਕਿੱਥੇ ਤਾਂ ਉੱਥੇ ਭੁੱਖੀ ਵੰਡਣ ਦੇ ਵੀਡੀਓ ਬਣਾਈਆਂ ਜਾ ਰਹੀਆਂ, ਕਿੱਥੇ ਉੱਥੇ ਲੜਕੀਆਂ ਭੇਜੀਆਂ ਜਾ ਰਹੀਆਂ, ਕਿੱਥੇ ਉੱਥੇ ਰੇਡਾਂ ਕੀਤੀਆਂ ਜਾ ਰਹੀਆਂ, ਕਿੱਥੇ ਉੱਥੇ ਛਾਪੇ ਮਾਰੇ ਜਾ ਰਹੇ ਆ, ਤੇ ਕਿੱਥੇ ਨਾਲ ਇੱਕ ਚਿੱਠੀ ਦਿੱਤੀ ਜਾ ਰਹੀ ਹੈ। ਤੁਸੀਂ ਸਮਝਦੇ ਕੀ ਹੋ ਵੀ ਬਹੁਤ ਬੜਾ ਤੰਤਰ ਕੰਮ ਕਰ ਰਿਹਾ। ਬਹੁਤ ਵੱਡੇ ਆਫੀਸਰ IPS IAS ਆਫੀਸਰ ਹਰ ਸਟੇਟਾਂ ਚੋਂ ਇਹਨਾਂ ਨੇ ਉਤਾਰੇ ਹੋਏ ਨੇ। ਉੱਥੇ ਇੱਕ ਚੀਜ਼ ਥੋੜੀ ਹੋ ਰਹੀ ਆ, ਉੱਥੇ ਪੂਰਾ ਤਾਨੇਸ਼ਾਹ ਵਾਲਾ ਜੋ ਡਿਕਟੇਟਰਸ਼ਿਪ 'ਚ ਕਰਦੇ ਹੁੰਦੇ ਆ, ਉਹ ਕੁਝ ਹੋ ਰਿਹਾ ਏ। ਇਹ ਮੈਂ ਸਮਝਦਾ ਬਹੁਤ महंगा पएगा। हटना चाहिए। तो बिल्कुल राजस्थान से भी जो मंत्री हैं वो भी सपोर्ट में आए। सर, सपोर्ट कर रहे हो पूरी? पूरे देश के किसान आज आंदोलन पर उतरे हुए हैं। उनके समर्थन में पंजाब के सांसद डिम्पा जी, रवनीत बिट्टू जी और दूसरे सांसद भी धरने पर आज लगातार 15वें दिन पर जंतर मंतर में उनके समर्थन में मैं भी आज व्यक्तिगत तौर पर इनके समर्थन में आया हूँ। तो बिल्कुल लगातार जो है वो सपोर्टिंग मिल रही है। जो डिम्पा जी हैं उनसे ही बातचीत करने की कोशिश करें। डिम्पा साहब, लगातार जिस तरीके से रेड भी हो रही है, लगातार सब चीज़ें हो रही है, लगता है कि जिस तरीके से चिट्ठी निकाली गई है कोई रास्ता निकलेगा? देखिए, इसको मैं कहता हूँ डर्टी ट्रिक्स ऑफ बीजेपी एक बहुत गिदौने हथकंडों पे उतर आई है। मगर मैं एक बात बता दूं, पंजाबियों की एक खासियत है, पंजाबियों की एक खासियत है कि जब भी कोई दबा के या गुस्से से या बाजू मरोड़ के कुछ हमसे चाहता है, हमने कभी नहीं दिया। उसको दबा के छोड़ते। ये जब कोई प्यार से मांगता है हम दिल खोल के देते। ये चीज़ बीजेपी को समझनी चाहिए। आप गलत कर रहे हो,
आपको बहुत भारी नुकसान उठाना पड़ेगा। आज हालात ये है कि बीजेपी के कद्वर नेता चौधरी बरिंदर सिंह जैसे वो बीजेपी को छोड़ रहे हैं, इससे ज़्यादा और क्या हो। और आप देखते रहना कि बीजेपी का कोई झंडा उठाना वाला नहीं रहेगा। रहेगी बात हल निकलने की, जिस दिन इनकी नीयत और नीति साफ हुई तो 2 घंटे में ये हल निकल आएगा। मैं चाहता हूं कि 23 तारीख को किसान दिवस मनाया जाता है हमारे देश में, किसान का धन्यवाद करने के लिए, शुक्रिया अदा करने के लिए जो उसने देश की तरक्की में अपना योगदान डाला है। उस दिन प्रधानमंत्री जी ये बिलों को रोकें और किसानों को 23 को किसान दिवस का तोहफा दें और नए बिल जो है वो किसान के साथ मिलकर बनाएं। अच्छा, एक पंजाब बीजेपी के नेता ने ये भी कहा, बयान दिया है कि अगर किसान आए सरकार के साथ बैठक करें और जो उनके ऊपर लोन है उसकी भी वहाँ पर बातचीत करें, हो सकता है कि सरकार वो जो लोन है उनके ऊपर वो माफ़ कर दे। ये झूठ का पलंदा है। आज तक तो मोदी जी ने किया ना, आज तक पंजाब गए ना, आज तक गुरुद्वारा गए ना, आज उनको है तो आज वो चल दिए उधर। ये सिर्फ एक हनी ट्रैप है, एक चकमा दिया जा रहा है किसान को, एक जाल बिछाया जा रहा है किसान के को फांसने के लिए। मगर किसान बहुत सियाना है। आजकल किसान का बेटा इंग्लिश भी बोलता है, नेट भी चलाता है और उसे इतनी जागरूकता है कि वो इनके इस जाल में नहीं फंसेगी। उन्होंने पंजाब की कांग्रेस कैप्टन सरकार पर आरोप भी लगाए हैं कि जो उन्होंने वादे किए थे कर्जे माफी के वो किसानों के अभी तक नहीं किए हैं। देखिए ये तो एक झूठी बात है। अगर कैप्टन साहब ने कर्जे माफ ना किया होता, किसान के अपने वादे ना, क्या वो 13 में से 8 सीट जीत सकता जब जहाँ पे मोदी जी की लहर थी। ये तो देखो, ये लुटेरे लोग हैं, ये इल्ज़ाम लगाएंगे, इन इल्ज़ामों को कोई भी सीरियसली नहीं लेता। तो बिल्कुल कांग्रेस के सांसद और विधायक दिल्ली के जंतर मंतर पर यहाँ धरना दे रहे हैं और जो दूसरे विधायक हैं वो इनका सपोर्ट करने दिल्ली के जंतर मंतर आ रहे हैं। दिल्ली से कमल कुमार कंसल, नवोदय टाइम्स, पंजाब केसरी टीवी।